ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 7th ਕਲਾਸ ਦੀ ਮੈਥ ਦੀ ਬੁੱਕ ਦਾ ਚੈਪਟਰ ਨੰਬਰ 11 ਪੈਰੀਮੀਟਰ ਐਂਡ ਏਰੀਆ ਉਸ ਦੀ ਐਕਸਰਸਾਈਜ਼ 11.1 ਦੇ ਅਗਲੇ ਤਿੰਨ ਕੁਐਸਚਨਸ 6th 7th ਐਂਡ 8th ਇਸ ਵੀਡੀਓ 'ਚ ਕਰਨ ਜਾ ਰਹੇ ਹਾਂ। ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਲਓ ਤੇ ਆਨਸਰਸ ਨੂੰ ਉਤਾਰ ਲਓ ਵੀਡੀਓ ਪੌਜ਼ ਕਰਕੇ ਤੇ ਨਾਲ ਜਿਹੜਾ ਉਹਦਾ ਹੱਲ ਹੈਗਾ ਕੁਐਸਚਨ ਦਾ ਉਹਨੂੰ ਮੈਂ ਬੋਲ ਕੇ ਸਮਝਾਵਾਂਗਾ, ਉਹਨੂੰ ਬੜੇ ਧਿਆਨ ਦੇ ਨਾਲ ਸੁਣੋ ਤੇ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਤੁਸੀਂ ਜ਼ਰੂਰ ਕਰਨਾ ਹੈ। ਸੋ ਸ਼ੁਰੂ ਕਰੀਏ ਤਿੰਨ ਸਵਾਲ। ਸੋ ਕੁਐਸਚਨ ਨੰਬਰ 6 ਕਹਿੰਦਾ ਹੈ ਦੀ ਏਰੀਆ ਆਫ ਅ ਸਕੁਅਰ ਪਾਰਕ, ਅਰਥਾਤ ਇੱਕ ਵਰਗਾਕਾਰ ਪਾਰਕ ਹੈਗਾ, ਉਹਦਾ ਜੋ ਖੇਤਰ ਹੈ ਇਜ਼ ਸੇਮ ਮੈਨੇ ਇਕੁਅਲ ਹੈਗਾ, ਬਰਾਬਰ ਹੈ ਐਜ਼ ਦੈਟ ਆਫ ਅ ਰੈਕਟੈਂਗੂਲਰ ਪਾਰਕ, ਅਰਥਾਤ ਦੋ ਪਾਰਕ ਨੇ, ਇੱਕ ਰੈਕਟੈਂਗੂਲਰ ਪਾਰਕ ਹੈਗਾ ਜਿਹ 'ਚ ਲੰਬਾਈ ਚੌੜਾਈ ਹੈ ਤੇ ਇੱਕ ਸਕੁਅਰ ਪਾਰਕ ਹੈਗਾ ਜਿਹ 'ਚ ਚਾਰੋਂ ਸਾਈਡਾਂ ਬਰਾਬਰ ਨੇ। ਠੀਕ ਹੈ, ਪਰ ਕਹਿੰਦੇ ਦੋਨਾਂ ਦਾ ਜੋ ਖੇਤਰਫਲ ਹੈ ਏਰੀਆ ਹੈ ਉਹ ਬਰਾਬਰ ਹੈ। ਠੀਕ ਹੈ, ਇਹ ਗੱਲ ਨੂੰ ਖਿਆਲ ਰੱਖਣਾ। ਫਿਰ ਕਹਿੰਦੇ ਇਫ ਦੀ ਸਾਈਡ ਆਫ ਦੀ ਸਕੁਅਰ ਪਾਰਕ ਇਜ਼ 75 ਮੀਟਰ, ਤੇ ਜੇ ਸਕੁਅਰ ਪਾਰਕ ਜਿਹੜਾ ਹੈ ਉਹਦੀ ਜੋ ਸਾਈਡ ਹੈ, ਇੱਕ ਸਾਈਡ ਦਿੱਤੀ ਹੈ ਤੇ ਇਹਨਾਂ ਚਾਰੋਂ ਸਾਈਡ 75 ਮੀਟਰ ਹੋਣਗੀਆਂ ਕਿਉਂਕਿ ਸਕੁਅਰ ਦੀਆਂ ਚਾਰੋਂ ਸਾਈਡਾਂ ਬਰਾਬਰ ਹੁੰਦੀਆਂ ਨੇ। So if the side of the square park is 75 meter and the length of the rectangular park is 125 meter, ਤੇ ਜਿਹੜਾ rectangular park ਹੈ ਉਹਦੀ ਲੰਬਾਈ ਹੈ 125 ਮੀਟਰ ਤੇ breadth ਨਹੀਂ ਦਿੱਤੀ ਹੋਈ, ਉਹ ਅਸੀਂ ਪਤਾ ਕਰਨੀ। ਕਹਿੰਦੇ find the breadth of the rectangular park, ਤੇ ਜਿਹੜਾ rectangular park ਹੈ ਉਹਦੀ ਚੌੜਾਈ ਪਤਾ ਕਰੋ। also ਨਾਲੇ find the perimeter of the rectangular park, ਜਿਹੜਾ ਰੈਕਟੈਂਗੂਲਰ ਪਾਰਕ ਹੈ ਉਹਦਾ ਪੈਰੀਮੀਟਰ ਪਰਿਮਾਪ, ਉਹਦਾ ਘੇਰਾ ਵੀ ਪਤਾ ਕਰੋ। ਸੋ ਬੜਾ ਹੀ ਸੌਖਾ ਸਵਾਲ ਹੈ ਬੱਚਿਓ, ਅਸੀਂ ਸਿਸਟਮੈਟਿਕ ਢੰਗ ਦੇ ਨਾਲ ਸਟੈਪ ਬਾय ਸਟੈਪ ਕਰਾਂਗੇ ਤੇ ਤੁਸੀਂ ਬੜੇ ਧਿਆਨ ਦੇ ਨਾਲ ਦੇਖਣਾ, ਇੱਦਾਂ ਹੀ ਉਤਾਰ ਲੈਣਾ ਹੈ, ਇੱਦਾਂ ਹੀ ਲਿਖਣ ਦਾ ਅਭਿਆਸ ਕਰਨਾ ਹੈ, ਪਰ ਨਾਲ ਨਾਲ ਸਮਝੋ ਕਿਵੇਂ ਕਰਨਾ ਹੈ। ਗਿਵਨ ਅਰਥਾਤ ਦਿੱਤਾ ਹੋਇਆ ਹੈ ਲੈਂਥ ਆਫ ਦੀ ਰੈਕਟੈਂਗੂਲਰ ਪਾਰਕ 125 ਮੀਟਰ ਦਿੱਤੀ ਹੈ, ਸਾਈਡ ਆਫ ਦੀ ਸਕੁਅਰ ਪਾਰਕ 75 ਮੀਟਰ ਦਿੱਤੀ ਹੈ। ਇਹ ਦੋ ਗੱਲਾਂ ਸਾਨੂੰ ਦਿੱਤੀਆਂ ਹੋਈਆਂ ਤੇ ਦੂਜੀ ਗੱਲ ਕਿਹੜੀ ਦਿੱਤੀ ਹੈ, ਤੀਜੀ area of the rectangular park is equal to area of the square park। same ਲਿਖਿਆ ਨਾ, same is same, ਸੋ ਬਰਾਬਰ ਹੋ ਗਿਆ ਏਰੀਆ। ਹੁਣ ਬੱਚੋ area of rectangular park ਕੀ ਹੋਏਗਾ, length into breadth। ਇਹ ਅਸੀਂ ਪਹਿਲੇ ਵੀਡੀਓ ਵਿੱਚ ਦੱਸ ਚੁੱਕੇ ਹਾਂ, ਨੋਟਸ ਵਿੱਚ ਜਿਹੜਾ ਮੈਂ ਕਿਹਾ ਸੀ ਰਿਮੈਂਬਰ, ਆਲਵੇਜ਼ ਰਿਮੈਂਬਰ, ਸਦਾ ਯਾਦ ਰੱਖੋ ਰੈਕਟੈਂਗੂਲਰ ਜਿਹੜਾ ਹੁੰਦਾ ਹੈ ਏਰੀਆ ਕੋਈ ਵੀ ਉਹ ਲੈਂਥ ਇਨਟੂ ਬ੍ਰੈਡਥ ਹੁੰਦਾ ਹੈ ਤੇ ਸਕੁਅਰ ਏਰੀਆ ਜਿਹੜਾ ਹੁੰਦਾ ਹੈ ਉਹ ਸਾਈਡ ਦਾ ਸਕੁਅਰ ਹੁੰਦਾ ਹੈ। ਸੋ ਇੱਥੇ ਲਿਖ ਏਰੀਆ ਦਾ ਸਕੁਅਰ ਪਾਰਕ, ਇੱਥੇ ਅਸੀਂ ਲਿਖ ਦਿੱਤਾ ਸਾਈਡ ਸਕੁਅਰ। ਹੁਣ ਜੋ ਜੋ ਸਾਨੂੰ ਦਿੱਤਾ ਹੈ ਉਹ ਅਸੀਂ ਭਰ ਦੇਣਾ। ਲੈਂਥ ਦਿੱਤੀ ਹੋਈ ਹੈ ਸੋ ਲੈਂਥ ਦੀ ਜਗ੍ਹਾ ਮੈਂ 125 ਲਿਖ ਦਿੱਤਾ, ਬ੍ਰੈਡਥ ਨਹੀਂ ਦਿੱਤੀ ਹੋਈ ਉਹ ਪਤਾ ਕਰਨੀ ਹੈ ਸੋ ਬ੍ਰੈਡਥ ਨੂੰ ਬ੍ਰੈਡਥ ਕਰਕੇ ਲਿਖ ਦਿੱਤਾ, ਬਰਾਬਰ ਸਾਈਡ ਦਿੱਤੀ ਹੈ ਇਹ ਦੇਖੋ 75 ਦਿੱਤੀ ਹੈ ਸੋ ਸਾਈਡ 75 ਸਕੁਅਰ ਲਿਖ ਦਿੱਤਾ। ਹੁਣ 75 ਸਕੁਅਰ ਦਾ ਕੀ ਮਤਲਬ ਹੈ, 75 ਗੁਣਾ 75, ਤੇ ਜਿਹੜੇ 75 ਨੂੰ 75 ਨਾਲ ਗੁਣਾ ਕਰਦੇ ਹਾਂ ਮੇਰੇ ਕੋਲ ਆ ਜਾਂਦਾ 5625। ਠੀਕ ਹੈ, ਇਹਦਾ ਮਤਲਬ ਕੀ ਹੋਇਆ ਕਿ 125 ਗੁਣਾ ਬ੍ਰੈਡਥ 125 ਇੰਟੂ ਬ੍ਰੈਡਥ ਇਜ਼ ਇਕੁਅਲ ਟੂ 5625। ਸੋ ਬ੍ਰੈਡਥ ਕਿਹਦੇ ਬਰਾਬਰ ਹੋ ਜਾਏਗੀ, ਬ੍ਰੈਡਥ ਜਿਹੜੀ ਹੋਏਗੀ ਇਹ 125 ਇਹਦੇ ਥੱਲੇ ਆ ਜਾਏਗਾ 5625 ਦੇ ਥੱਲੇ, 5625 ਡਿਵਾਈਡਡ ਬਾਈ 125। ਸੋ ਮੈਂ ਤੁਹਾਨੂੰ ਸਟੈਪ ਬਾय ਸਟੈਪ ਕਰਕੇ ਦੱਸਦਾ। ਪਹਿਲੇ ਮੈਂ 5 ਨਾਲ ਭਾਗ ਕੀਤਾ, 25 ਪੰਜੇ 125, ਇੱਥੇ 25 ਆ ਗਿਆ, 5 × 5 5 × 5 5 × 10 5 × 25 1125। ਇਹ ਮੈਂ ਤਾਂ ਦੱਸਿਆ ਬੱਚਿਓ, ਤੁਹਾਨੂੰ ਇਦਾਂ ਸਟੈਪ ਵਿੱਚ ਕਰ ਰਿਹਾ, ਇੱਕ ਤਾਂ ਤੁਹਾਨੂੰ ਪਤਾ ਲੱਗ ਜਾਏ ਕਿ ਭਾਗ ਕਿੱਦਾਂ ਕਰਨਾ ਹੈ। ਪਹਿਲੇ 5 ਨਾਲ ਭਾਗ ਕਰੋ ਤੇ ਤੁਹਾਨੂੰ ਦੱਸਿਆ ਕਿ 25 ਦਾ ਪਹਾੜਾ ਵੀ ਤੁਸੀਂ ਯਾਦ ਕਰ ਲਓ। 25 ਦਾ ਪਹਾੜਾ ਯਾਦ ਕਰਨਾ ਬੜਾ ਸੌਖਾ ਹੈ ਅਤੇ ਬੜਾ ਕੰਮ ਆਏਗਾ। ਮੈਂ ਤੁਹਾਨੂੰ ਸੁਣਾ ਦਿੰਦਾ, 25 × 25 25 × 50 25 × 75 25 ਚੌਕੇ 100, 25 ਪੰਜੇ 125, 25 ਚੌਕ 150, 25 6 150, 25 7 175, 25 8 200, 25 9 225 ਤੇ 25 ਦਾਮ 250। ਬੜਾ ਸੌਖਾ ਹੈ। ਹੁਣ ਦੇਖੋ ਇਸੇ ਕਰਕੇ ਮੈਂ ਕਰਾਂ 25 × 25, ਸੋ 25 ਚੌਕ 100 ਕਰਤਾ, 4 ਆ ਗਿਆ, ਸੋ 100 112 ਚੋਂ 100 ਆ ਗਿਆ ਤੇ 12 ਆ ਜਾਏਗਾ ਤੇ ਥੱਲੇ ਆ ਜਾਏਗਾ 12 ਤੇ 5 125 ਆ ਗਿਆ, ਸੋ 25 ਪੰਜੇ 125 45, ਸੋ 45 ਮੀਟਰ ਆਨਸਰ ਆ ਗਿਆ। ਇਹ ਤਾਂ ਮੈਂ ਸਟੈਪ ਕਰਕੇ ਦੱਸਿਆ, ਜਦੋਂ ਤੁਹਾਨੂੰ 125 ਇਦਾਂ ਆਵੇ ਪਹਿਲੇ 5 ਨਾਲ ਭਾਗ ਕਰ ਲਓ ਤੇ ਫਿਰ ਸਿੱਧਾ 25 ਦੇ ਨਾਲ ਭਾਗ ਕਰ ਲਓ, ਉਹਨਾਂ ਤੁਹਾਡਾ ਬੜਾ ਕੰਮ ਸੌਖਾ ਹੋ ਜਾਏਗਾ, ਜ਼ੁਬਾਨੀ ਹੋ ਜਾਏਗਾ, ਨਾਲੇ ਤੁਹਾਡੀ ਦਿਮਾਗੀ ਕਸਰਤ ਵੀ ਹੋਏਗੀ ਤੇ ਤੁਹਾਡਾ ਮੈਥ ਵਧੀਆ ਹੋ ਜਾਏਗਾ। ਸੋ ਜਿਹੜਾ ਮੈਥ ਤੋਂ ਡਰ ਲੱਗਦਾ ਉਹ ਡਰ ਲੱਗਣਾ ਤੁਹਾਨੂੰ ਬੰਦ ਹੋ ਜਾਏਗਾ। ਠੀਕ ਹੈ ਬੱਚਿਓ, ਸੋ ਇਹ ਸਾਡਾ ਇੱਕ ਜਵਾਬ ਆ ਗਿਆ ਹਲੇ ਬ੍ਰੈਡਥ। ਇਹ ਦੇਖੋ ਕਹਿੰਦੇ ਬ੍ਰੈਡਥ ਪਤਾ ਕਰੋ, ਫਾਈਂਡ ਦੀ ਬ੍ਰੈਡਥ ਆਫ ਦਾ ਰੈਕਟੈਂਗੂਲਰ ਪਾਰਕ।
ਸੋ ਬ੍ਰੈਡਥ ਸਾਡੀ ਆ ਗਈ 45 ਮੀਟਰ। ਕਿਦਾਂ ਕੀਤਾ ਸੀ? ਏਰੀਆ ਆਫ ਰੈਕਟੈਂਗੂਲਰ ਪਾਰਕ ਬਰਾਬਰ ਏਰੀਆ ਸਕੁਅਰ ਪਾਰ ਕਰਤਾ। ਸਕੁਅਰ ਦਾ ਹੁੰਦਾ ਸਾਈਡ ਸਕੁਅਰ, ਰੈਕਟੈਂਗਲ ਦਾ ਹੁੰਦਾ ਲੈਂਥ ਇਨਟੂ ਬ੍ਰੈਡਥ, ਲੈਂਥ ਦੀ ਜਗ੍ਹਾ ਇਹ ਪਾਤਾ, ਸਾਈਡ ਦੀ ਜਗ੍ਹਾ ਇਹ ਪਾਤਾ। ਸੋ ਬ੍ਰੈਡਥ ਇਜ਼ ਇਕੁਅਲ ਟੂ ਸਾਈਡ ਸਕੁਅਰ ਅਪੋਨ 125। ਇਹ ਆ ਗਿਆ ਸਾਡਾ ਆਨਸਰ। ਅੱਗੇ ਚਲੀਏ ਤੇ ਦੇਖੀਏ ਇਹਦਾ ਪੈਰੀਮੀਟਰ ਕੀ ਹੈ ਹੁਣ। ਨਾਓ ਪੈਰੀਮੀਟਰ ਆਫ ਰੈਕਟੈਂਗਲ ਇਜ਼ ਇਕੁਅਲ ਟੂ 2 ਬ੍ਰੈਕਟ 'ਚ ਲੈਂਥ ਜਮਾ ਬ੍ਰੈਡਥ। ਇਹ ਸਾਰੇ ਫਾਰਮੂਲੇ ਤੁਹਾਨੂੰ ਰੱਟੇ ਹੋਣੇ ਚਾਹੀਦੇ ਨੇ, ਜੋ ਕਿ ਮੈਂ ਤੁਹਾਨੂੰ ਪਹਿਲੀ ਵੀਡੀਓ ਵਿੱਚ ਕਿਹਾ ਸੀ, ਤੁਸੀਂ ਰੱਟਾ ਲਾ ਲੈਣਾ ਇਹਨਾਂ ਨੂੰ, ਠੀਕ ਹੈ। 10 ਪੈਰੀਮੀਟਰ ਆਫ ਦਾ ਰੈਕਟੈਂਗੂਲਰ ਪਾਰਕ ਇਜ਼ ਇਕੁਅਲ ਟੂ 2, ਲੈਂਥ ਦਿੱਤੀ ਹੋਈ 125, ਬ੍ਰੈਡਥ ਅਸੀਂ ਹੁਣੀ ਪਤਾ ਲਗਾਈਏ 45, 125 ਜਮਾ 45 ਕਿੰਨਾ ਹੋ ਗਿਆ 170। ਸੋ 2 ਗੁਣਾ 170 ਹੋ ਗਿਆ 340। 10 ਦੀ ਪੈਰੀਮੀਟਰ ਇਜ਼ ਇਕੁਅਲ ਟੂ 340 ਮੀਟਰ। ਇਹ ਸਾਡਾ ਹੋ ਗਿਆ ਕੁਐਸਚਨ ਨੰਬਰ 6, ਠੀਕ ਹੈ। ਅੱਗੇ ਚਲੀਏ। ਹੁਣ ਆ ਗਿਆ ਬੱਚੋ ਕੁਐਸਚਨ ਨੰਬਰ 7। ਕਹਿੰਦੇ ਅ ਡੋਰ ਆਫ ਲੈਂਥ 2.5 ਮੀਟਰ। ਇਹ ਦੇਖੋ ਮੈਂ ਇੱਥੇ ਲਿਖ ਦਿੱਤਾ 2 ਲੈਂਥ ਲੰਬਾਈ 2.5 ਮੀਟਰ, ਠੀਕ ਹੈ, ਐਂਡ ਬ੍ਰੈਡਥ 1.5 ਮੀਟਰ। ਇਹ ਬ੍ਰੈਡਥ 1.5 ਮੀਟਰ ਐਵੇਂ ਲਿਖ ਦਿੱਤੀ ਹੈ, ਤੁਹਾਡੀ ਕਿਤਾਬ 'ਚ ਨਹੀਂ ਹੈਗਾ, ਇੱਥੇ ਲਿਖ ਦਿੱਤੀ ਹੈ ਮੈਂ। ਇਜ਼ ਫਿਟਡ ਇਨ ਅ ਵਾਲ। ਇਹ ਕੰਧ ਹੈਗੀ ਹੈ, ਇਹ ਵਾਲ ਹੈਗੀ ਹੈ, ਉਹਦੇ ਵਿੱਚ ਹੈ ਦਰਵਾਜ਼ਾ ਫਿੱਟ ਹੋਇਆ ਪਿਆ ਹੈ, ਠੀਕ ਹੈ ਜੀ। ਇਹ ਦਰਵਾਜ਼ਾ ਫਿੱਟ ਹੋਇਆ ਪਿਆ ਹੈ, ਓਕੇ। ਸੋ ਫਿਰ ਕਹਿੰਦੇ ਦੀ ਲੈਂਥ ਆਫ ਵਾਲ ਇਜ਼ 9 ਮੀਟਰ। ਇਹ ਲੈਂਥ ਹੈਗੀ ਹੈ, ਮੰਨ ਲਓ ਇਹ 9 ਮੀਟਰ, ਐਂਡ ਬ੍ਰੈਡਥ ਇਜ਼ 6 ਮੀਟਰ। ਇਹ ਬ੍ਰੈਡਥ 6 ਮੀਟਰ ਹੈਗੀ ਹੈ। ਫਾइंड ਦੀ ਕਾਸਟ ਆਫ ਪੇਂਟਿੰਗ ਦੀ ਵਾਲ। ਕਾਸਟ ਮੈਨੇ ਕੀਮਤ, ਪੇਂਟਿੰਗ ਮੈਨੇ ਰੰਗ ਰਗੁੰਦਿਆ। ਇਸ ਕੰਧ ਦੇ ਉੱਤੇ ਰੰਗ ਕਰਨ ਦੀ ਕੀਮਤ ਪਤਾ ਕਰੋ। ਇਫ ਦੀ ਰੇਟ ਆਫ ਪੇਂਟਿੰਗ ਦੀ ਵਾਲ ਇਜ਼ ₹30 ਪਰ ਮੀਟਰ ਸਕੁਅਰ। ਪਰ ਮੀਟਰ ਸਕੁਅਰ ਦਾ ਮਤਲਬ 1 ਮੀਟਰ ਸਕੁਅਰ। ਜੇ 1 ਮੀਟਰ ਸਕੁਅਰ ਨੂੰ ਰੰਗ ਕਰਨ ਦੇ 30 ਰੁਪਏ ਲੱਗਦੇ ਨੇ, ਤੇ ਪੂਰੀ ਕੰਧ ਨੂੰ ਰੰਗ ਕਰਨ ਦਾ ਖਰਚਾ ਪਤਾ ਕਰੋ। ਹੁਣ ਬੱਚੇ ਦੇਖੋ ਬੜਾ ਸੌਖਾ ਹੈ। ਇਹ ਖੇਤਰਫਲ ਕੀ ਹੋਏਗਾ? ਜੇ 9 ਗੁਣਾ 6 54। ਇਹ ਤੇ ਪੂਰੀ ਕੰਧ ਦਾ ਆ ਜਾਏਗਾ। ਜੇ ਦਰਵਾਜ਼ਾ ਨਾ ਹੁੰਦਾ ਤੇ ਮੈਂ 9 ਗੁਣਾ 6 54 ਕਰਨਾ ਸੀ, 54 ਨੂੰ 30 ਨਾਲ ਗੁਣਾ ਕਰਨਾ ਸੀ ਤੇ ਰੇਟ ਆ ਜਾਣਾ ਸੀਗਾ। ਪਰ ਇੱਥੇ ਪੰਗਾ ਪੈ ਗਿਆ ਕਿ ਦਰਵਾਜ਼ਾ ਹੈ। ਹੁਣ ਦਰਵਾਜ਼ੇ ਨੂੰ ਤਾਂ ਰੰਗ ਨਹੀਂ ਕਰਨਾ, ਰੰਗ ਤੇ ਬੱਚਿਓ ਅਸੀਂ ਕਰਨਾ ਹੈ ਕੰਧ ਨੂੰ, ਠੀਕ ਹੈ ਨਾ। ਹੁਣ ਅਸੀਂ ਫਿਰ ਮਤਲਬ ਕੀ ਕਰਾਂਗੇ, ਅਸੀਂ ਪਹਿਲੇ ਇਹ ਖੇਤਰਫਲ ਕੱਢਾਂਗੇ ਇਹਦਾ ਦਰਵਾਜ਼ੇ ਦਾ। 1.5 ਨੂੰ 2.5 ਨਾਲ ਗੁਣਾ ਕਰਾਂਗੇ ਤੇ ਉਹ ਦਰਵਾਜ਼ੇ ਦਾ ਏਰੀਆ ਆ ਜਾਏਗਾ। ਤੇ ਉਸ ਏਰੀਏ ਨੂੰ ਅਸੀਂ ਪੂਰੀ ਕੰਧ ਦੇ ਏਰੀਏ ਵਿੱਚੋਂ ਘਟਾ ਦਾਂਗੇ। ਜਿੱਲੇ ਮੈਂ ਇਹ ਵਾਲਾ ਏਰੀਆ ਘਟਾ ਦਾਂਗਾ ਦਰਵਾਜ਼ੇ ਦਾ, ਤੇ ਮੇਰੇ ਕੋਲ ਜਿਹੜਾ ਲਾਲ ਰੰਗ ਕੀਤਾ ਹੋਇਆ ਹੈ, ਵਾਲਾ ਗੁਲਾਬੀ ਰੰਗ ਜਿਹੜਾ ਹੈਗਾ ਇਹ ਆ ਜਾਏਗਾ। ਸੋ ਜਿਹੜਾ ਘਟਾ ਕੇ ਏਰੀਆ ਆਏਗਾ ਉਹਦੇ ਨਾਲ ਫਿਰ ਮੈਂ 30 ਦੇ ਨਾਲ ਗੁਣਾ ਕਰਾਂਗਾ ਤੇ ਮੇਰੇ ਕੋਲ ਕੰਧ ਦਾ ਰੰਗ ਕਰਨ ਦਾ ਰੇਟ ਆ ਜਾਏਗਾ, ਠੀਕ ਹੈ। ਸੋ ਇਹਨੂੰ ਇੱਦਾਂ ਸ਼ੁਰੂ ਕਰਨਾ। ਵੀ ਨੋ ਦੈਟ, ਅਸੀਂ ਜਾਣਦੇ ਹਾਂ ਕਿ ਏਰੀਆ ਆਫ ਅ ਰੈਕਟੈਂਗਲ ਇਜ਼ ਇਕੁਅਲ ਟੂ ਲੈਂਥ ਇਨਟੂ ਬ੍ਰੈਡਥ ਸਕੁਅਰ ਯੂਨਿਟਸ। ਇਹ ਤੇ ਫਾਰਮੂਲਾ ਹੈ, ਸਾਨੂੰ ਯਾਦ ਹੋਣਾ ਚਾਹੀਦਾ ਹਰ ਵੇਲੇ, ਠੀਕ ਹੈ। ਆਓ ਅੱਗੇ ਚਲੀਏ। मैं ਅੱਗੇ ਫਿਰ ਕੰਟੀਨਿਊ ਕਰਤਾ। ਵੀ ਨੋ ਦੈਟ ਏਰੀਆ ਆਫ ਰੈਕਟੈਂਗਲ ਇਜ਼ ਇਕੁਅਲ ਟੂ ਲੈਂਥ ਇਨਟੂ ਬ੍ਰੈਡਥ ਸਕੁਅਰ ਯੂਨਿਟਸ। ਇੱਦਾਂ ਲਿਖ ਲੈਣਾ। ਲੈਂਥ ਆਫ ਦਾ ਵਾਲ 9 ਮੀਟਰ, ਬ੍ਰੈਡਥ ਆਫ ਦਾ ਵਾਲ 6 ਮੀਟਰ। ਸੋ ਏਰੀਆ ਆਫ ਦੀ ਵਾਲ ਇਨਕਲੂਡਿੰਗ ਦਾ ਡੋਰ, ਦਰਵਾਜ਼ੇ ਨੂੰ ਨਾਲ ਲੈ ਕੇ 9 into 6 54 ਮੀਟਰ ਸਕੁਅਰ, ਦਰਵਾਜ਼ੇ ਨੂੰ ਨਾਲ ਲੈ ਕੇ। ਲੈਂਥ ਆਫ ਦਾ ਡੋਰ 2.5 ਮੀਟਰ ਦਿੱਤਾ ਹੋਇਆ ਹੈ। ਬ੍ਰੈਡਥ ਆਫ ਦਾ ਡੋਰ 1.5 ਮੀਟਰ, ਇਹ ਵੀ ਦਿੱਤਾ ਹੋਇਆ ਹੈ। ਏਰੀਆ ਆਫ ਦਾ ਡੋਰ 2.5 into 1.5 ਜਿਹੜੇ ਕਰਾਂਗੇ 3.75 ਮੀਟਰ ਸਕੁਅਰ ਆ ਗਿਆ, ਠੀਕ ਹੈ ਬੱਚਿਓ। ਸੋ ਦਰਵਾਜ਼ੇ ਦਾ ਏਰੀਆ ਵੀ ਕੱਢ ਲਿਆ ਤੇ ਪੂਰੀ ਕੰਧ ਦਾ ਵੀ ਕੱਢ ਲਿਆ। ਹੁਣ ਕਹਿੰਦੇ ਏਰੀਆ ਆਫ ਦੀ ਵਾਲ ਟੂ ਬੀ ਪੇਂਟਡ। ਜਿਹੜੀ ਕੰਧ ਦਾ ਏਰੀਆ ਹੈ ਜਿਹਨੂੰ ਰੰਗ ਕਰਨਾ ਹੈ ਉਹ ਕਿਹੜਾ ਹੈ? ਬਰਾਬਰ ਏਰੀਆ ਆਫ ਦੀ ਵਾਲ ਇਨਕਲੂਡਿੰਗ ਦੀ ਡੋਰ, ਦਰਵਾਜ਼ੇ ਨੂੰ ਨਾਲ ਲੈ ਕੇ ਸਾਰੀ ਕੰਧ, ਮਾਈਨਸ ਏਰੀਆ ਆਫ ਦਾ ਡੋਰ। ਉਹ ਚੋਂ ਘਟਾਣਾ ਹੈ ਦਰਵਾਜ਼ੇ ਦਾ ਖੇਤਰਫਲ, ਦਰਵਾਜ਼ੇ ਦਾ ਏਰੀਆ। ਸੋ ਏਰੀਆ ਆਫ ਦੀ ਵਾਲ ਇਨਕਲੂਡਿੰਗ ਦਾ ਡੋਰ ਕੀ ਸੀਗਾ ਬੱਚਿਓ? ਇਨਕਲੂਡਿੰਗ ਦਾ ਡੋਰ 54 ਚੋਂ ਘਟਾਇਆ ਦਰਵਾਜ਼ੇ ਦਾ ਏਰੀਆ 3.75। ਸੋ ਇਹ ਆ ਗਿਆ 50.25 ਮੀਟਰ ਸਕੁਅਰ। ਇਹਦਾ ਮਤਲਬ ਬੱਚਿਓ 50.25 ਮੀਟਰ ਸਕੁਅਰ ਕੰਧ ਦਾ ਉਹ ਏਰੀਆ ਹੈ ਜੋ ਦਰਵਾਜ਼ੇ ਨੂੰ ਕੱਢ ਕੇ ਹੈਗਾ। ਜੇ ਤੇ ਸਫੇਦੀ ਕਰਨੀ, ਜੇ ਤੇ ਰੰਗ ਕਰਨਾ ਦਰਵਾਜ਼ੇ ਨੂੰ ਛੱਡ ਕੇ। ਸੋ ਫਿਰ ਅੱਗੇ ਕੀ ਆ ਗਿਆ? ਦਿੱਤਾ ਇਹਨਾਂ ਨੇ ਰੇਟ ਆਫ ਪੇਂਟਿੰਗ ਦਾ ਵਾਲ ਇਜ਼ ਇਕੁਅਲ ਟੂ ₹30 ਪਰ ਮੀਟਰ ਸਕੁਅਰ। ਪਰ ਮੀਟਰ ਸਕੁਅਰ ਦਾ ਮਤਲਬ ਹੁੰਦਾ ਹੈ 1 ਮੀਟਰ ਸਕੁਅਰ ਨੂੰ ਰੰਗ ਕਰਨ ਦਾ ਖਰਚਾ 30 ਰੁਪਏ ਵੇ। ਤੇ ਦੇਅਰਫੋਰ ਕਾਸਟ ਆਫ ਪੇਂਟਿੰਗ ਦਾ ਵਾਲ, ਸਾਰੀ ਪੇਂਟਿੰਗ ਦਾ ਵਾਲ ਕਿਹੜਾ ਹੋਏਗਾ? ਇਹ ਖਰਚਾ ਕੀ ਹੋਏਗਾ? 50.25, ਜਿੰਨਾ ਏਰੀਆ ਰੰਗ ਕਰਨਾ ਹੈ ਉਹਨੂੰ 30 ਨਾਲ ਗੁਣਾ ਕਰ ਦਾਂਗੇ। ਬੱਚਿਓ ਇਦਾਂ ਹੀ ਹੈ, ਜੇ ਮੈਂ ਕਹਾਂ 1 ਕਿੰਨੂ 5 ਰੁਪਏ ਦਾ ਆਉਂਦਾ ਹੈ ਤੇ 10 ਕਿੰਨੂ ਕਿੰਨੇ ਦੇ ਆਣਗੇ?
ਅਸੀਂ ਕਹਾਂਗੇ 10 ਗੁਣਾ 5 ਬਰਾਬਰ 50 ਰੁਪਏ ਦੇ ਆਉਣਗੇ। ਠੀਕ ਹੈ। ਸੋ ਇਸੇ ਤਰ੍ਹਾਂ ਐਵੇਂ ਕਿ 1 ਮੀਟਰ ਸਕੁਅਰ ਕੰਧ ਨੂੰ ਰੰਗ ਕਰਨ ਦਾ ਖਰਚਾ ਆਉਂਦਾ 30 ਰੁਪਏ ਤੇ 50.25 ਮੀਟਰ ਸਕੁਅਰ ਕੰਧ ਨੂੰ ਖਰਚਾ ਰੰਗ ਕਰਨ ਦਾ ਖਰਚਾ ਕਿੰਨਾ ਆਏਗਾ? 50.25 ਨੂੰ 3 ਨਾਲ ਗੁਣਾ ਕਰ ਦਾਂਗੇ। ਜਿਹੜੇ ਇਹ ਦੋਨਾਂ ਨੂੰ ਗੁਣਾ ਕੀਤਾ ਸੋ ਸਾਡਾ ਆਨਸਰ ਆ ਗਿਆ ₹1507.50 ਪੈਸਾ, ਅਰਥਾਤ 1507 ਰੁਪਏ ਤੇ 50 ਪੈਸੇ ਕੰਧ ਨੂੰ ਸਫੇਦੀ ਕਰਨ ਦੇ ਰੰਗ ਕਰਨ ਦਾ ਖਰਚਾ ਆਏਗਾ। ਇਹਦੇ ਵਿੱਚ ਦਰਵਾਜ਼ਾ ਜਿਹੜਾ ਹੈ ਇਨਕਲੂਡਡ ਨਹੀਂ ਹੈਗਾ। ਠੀਕ ਹੈ, ਅੱਗੇ ਚਲੀਏ। ਕੁਐਸਚਨ ਨੰਬਰ 8 ਆ ਗਿਆ। ਹੁਣ ਬੱਚੋ ਦੇਖੋ, ਜਿਹੜਾ ਸਵਾਲ ਅਸੀਂ 7ਵਾਂ ਕੀਤਾ ਉਹਦਾ ਰਲਦਾ ਮਿਲਦਾ ਸਵਾਲ ਹੈ, ਪਰ ਇਹ ਚਰਨ ਨੇ ਕੀ ਕੀਤਾ, ਦਰਵਾਜ਼ੇ ਦੇ ਨਾਲ ਨਾਲ ਖਿੜਕੀ ਵੀ ਪਾ ਦਿੱਤੀ ਹੈ। ਤੇ ਬਸ ਕਹਾਣੀ ਤੇ ਉਹੀ ਹੈ ਬੱਚੋ, ਕੋਈ ਗੱਲ ਨਹੀਂ। ਅਸੀਂ ਪਹਿਲੇ ਸਵਾਲ ਵਿੱਚ ਇਕੱਲਾ ਦਰਵਾਜ਼ੇ ਦਾ ਖੇਤਰਫਲ ਘਟਾਇਆ ਸੀਗਾ, ਹੁਣ ਇਹਦੇ ਵਿੱਚ ਅਸੀਂ ਦਰਵਾਜ਼ੇ ਦਾ ਵੀ ਘਟਾ ਦਾਂਗੇ ਤੇ ਖਿੜਕੀ ਦਾ ਵੀ ਘਟਾ ਦਾਂਗੇ, ਕਿਉਂਕਿ ਕੰਧ ਦੇ ਵਿੱਚ ਖਿੜਕੀ ਵੀ ਹੈਗੀ ਹੈ। ਇਹ ਦੇਖੋ, a door of dimensions 3 ਮੀਟਰ into 2 ਮੀਟਰ, ਅਰਥਾਤ ਇੱਕ ਦਰਵਾਜ਼ਾ ਹੈ ਜਿਹਦਾ ਮਾਪ ਹੈ 3 ਮੀਟਰ ਲੰਬਾਈ ਤੇ 2 ਮੀਟਰ ਚੌੜਾਈ, ਐਂਡ a window, ਅਤੇ ਇੱਕ ਤਾਕੀ ਵੀ ਹੈਗੀ ਹੈ, ਬਾਰੀ ਹੈਗੀ ਹੈ। a window of dimensions 2.5 ਮੀਟਰ into 1.5 ਮੀਟਰ, 2.5 ਮੀਟਰ ਲੰਬੀ ਹੈ ਤੇ 1.5 ਮੀਟਰ ਚੌੜੀ ਹੈ। is fitted in the wall, ਉਹ ਬੱਚੋ ਇੱਥੇ ਸਪੈਲਿੰਗ ਗਲਤ ਹੋ ਗਏ, in a wall, ਇਹ W ਦੁਬਾਰਾ ਆ ਗਿਆ। ਠੀਕ ਹੈ, in a wall, ਇਹ W ਘਟਾ ਦੇਣਾ, W ਕੱਟ ਦੇਣਾ। ਠੀਕ ਹੈ, in a wall, the length of the wall is 7.8 ਮੀਟਰ and breadth is 3.9 ਮੀਟਰ। ਹੁਣ ਕੰਧ ਦੀ ਲੰਬਾਈ ਵੀ ਦੇਤੀ ਤੇ ਕੰਧ ਦੀ ਚੌੜਾਈ ਵੀ ਦੇਤੀ, ਤੇ ਉਸ ਕੰਧ ਦੇ ਵਿੱਚ ਦਰਵਾਜ਼ਾ ਵੀ ਹੈਗਾ ਤੇ ਖਿੜਕੀ ਵੀ ਹੈਗੀ ਹੈ। ਕਹਿੰਦੇ find the cost of painting the wall, ਕੰਧ ਨੂੰ ਰੰਗ ਕਰਨ ਦਾ ਖਰਚਾ ਪਤਾ ਕਰੋ। if the rate of painting the wall is ₹25 per meter square, ਜੇ ਕੰਧ ਨੂੰ ਰੰਗ ਕਰਨ ਦਾ ਖਰਚਾ ਪ੍ਰਤੀ ਮੀਟਰ ਸਕੁਅਰ, 1 ਮੀਟਰ ਸਕੁਅਰ ਨੂੰ ਖਰਚਾ ਪੈਂਦਾ ਹੈ 25 ਰੁਪਏ, ਤੇ ਸਾਰੀ ਕੰਧ ਨੂੰ ਰੰਗ ਕਰਨ ਦਾ ਖਰਚਾ ਕੀ ਹੋਏਗਾ? ਇਹਨਾਂ ਦਾ ਬੱਚਾ ਕੀ ਹੈ, ਖਿੜਕੀ ਦੇ ਵਾਲੀ ਸਫੇਦੀ ਨਹੀਂ ਹੋਣੀ, ਦਰਵਾਜ਼ੇ ਤੇ ਸਫੇਦੀ ਨਹੀਂ ਹੋਣੀ, ਸੋ ਦਰਵਾਜ਼ੇ ਦਾ ਖੇਤਰਫਲ ਮਾਈਨਸ ਕਰ ਦਾਂਗੇ ਤੇ ਖਿੜਕੀ ਦਾ ਖੇਤਰਫਲ ਵੀ ਮਾਈਨਸ ਕਰ ਦਾਂਗੇ। ਜਿੱਦਾਂ ਸਵਾਲ 7ਵਾਂ ਸੀ ਉਦਾਂ ਹੀ ਇਹ ਵਾਲਾ ਹੈਗਾ। ਸੋ ਇਹਨੂੰ ਇੱਦਾਂ ਸ਼ੁਰੂ ਕਰਨਾ, ਵੀ ਨੋ ਦੈਟ, ਅਸੀਂ ਜਾਣਦੇ ਹਾਂ ਏਰੀਆ ਆਫ ਰੈਕਟੈਂਗਲ ਇਜ਼ ਇਕੁਅਲ ਟੂ ਲੈਂਥ ਇਨਟੂ ਬ੍ਰੈਡਥ ਸਕੁਅਰ ਯੂਨਿਟਸ। ਇਹ ਲਿਖ ਲਿਆ ਪਹਿਲੇ, ਫਿਰ ਲਿਖਣਾ ਲੈਂਥ ਆਫ ਦਾ ਵਾਲ 7.8 ਮੀਟਰ, ਬ੍ਰੈਡਥ ਆਫ ਦਾ ਵਾਲ 3.9 ਮੀਟਰ। ਫਿਰ ਆ ਗਿਆ ਏਰੀਆ ਆਫ ਦੀ ਵਾਲ ਇਨਕਲੂਡਿੰਗ ਦੀ ਡੋਰ ਐਂਡ ਦੀ ਵਿੰਡੋ, ਦਰਵਾਜ਼ੇ ਨੂੰ ਲੈ ਕੇ ਤੇ ਵਿੰਡੋ ਨੂੰ, ਤਾਕੀ ਨੂੰ ਲੈ ਕੇ ਕੀ ਹੋ ਜਾਏਗਾ, 7.8 into 3.9 is equal to 30.42 ਮੀਟਰ ਸਕੁਅਰ। ਇਹ ਤੇ ਹੈਗਾ ਪੂਰੀ ਕੰਧ ਦਾ, ਵਿੱਚੇ ਦਰਵਾਜ਼ਾ, ਵਿੱਚੇ ਹੀ ਬਾਰੀ, ਵਿੱਚੇ ਹੀ ਤਾਕੀ। ਹੁਣ ਤਾਕੀ ਤੇ ਜਿਹੜੀ ਖਿੜਕੀ ਹੈ, ਜਿਹੜਾ ਦਰਵਾਜ਼ਾ ਹੈ, ਉਹਦਾ ਖੇਤਰਫਲ ਅਸੀਂ ਘਟਾਵਾਂਗੇ। ਇਹ ਦੇਖੋ, ਹੁਣ ਆ ਗਿਆ ਲੈਂਥ ਆਫ ਦਾ ਡੋਰ 3 ਮੀਟਰ, ਬ੍ਰੈਡਥ ਆਫ ਦਾ ਡੋਰ 2 ਮੀਟਰ। ਸੋ ਏਰੀਆ ਆਫ ਦਾ ਡੋਰ ਲੈਂਥ ਇੰਟੂ ਬ੍ਰੈਡਥ 3 into 2 6 ਮੀਟਰ ਸਕੁਅਰ। ਫਿਰ ਲੈਂਥ ਆਫ ਦਾ ਵਿੰਡੋ 2.5 ਮੀਟਰ, ਬ੍ਰੈਡਥ ਆਫ ਦਾ ਵਿੰਡੋ 1.5 ਮੀਟਰ, ਏਰੀਆ ਆਫ ਦਾ, ਉਹ ਏਰੀਆ ਆਫ ਦਾ ਵਿੰਡੋ ਤੇ ਲਿਖਣਾ ਨਹੀਂ ਭੁੱਲ ਗਏ ਇੱਥੇ, ਏਰੀਆ ਆਫ ਦਾ ਵਿੰਡੋ ਲਿਖ ਲਓ ਬੱਚੇ ਇੱਥੇ, ਏਰੀਆ ਆਫ ਦੀ ਵਿੰਡੋ 2.5 into 1.5 is equal to 3.75 ਮੀਟਰ ਸਕੁਅਰ। ਇੱਥੇ ਬੱਚੋ ਏਰੀਆ ਆਫ ਦੀ ਵਿੰਡੋ ਲਿਖ ਲਿਓ। ਠੀਕ ਹੈ, 2.5 into 1.5 is equal to 3.7 ਮੀਟਰ ਸਕੁਅਰ। ਹੁਣ ਏਰੀਆ ਆਫ ਦੀ ਵਾਲ ਟੂ ਬੀ ਪੇਂਟਡ, ਹੁਣ ਉਹ ਏਰੀਆ ਕੱਢਣਾ ਹੈ ਜਿਹੜੀ ਕੰਧ ਤੇ ਆਪਾਂ ਸਫੇਦੀ ਕਰਨੀ ਹੈ, ਉਹ ਬਰਾਬਰ ਕੀ ਹੋ ਜਾਏਗਾ, ਏਰੀਆ ਆਫ ਦੀ ਵਾਲ ਇਨਕਲੂਡਿੰਗ ਦੀ ਡੋਰ ਐਂਡ ਵਿੰਡੋ, ਹਲੇ ਤਾਂ ਸਾਰੀ ਕੰਧ ਲੈ ਲਈ ਪੂਰੀ ਦੀ ਪੂਰੀ, ਵਿੱਚੇ ਦਰਵਾਜ਼ਾ ਵਿੱਚੇ ਤਾਕੀ, ਮਾਈਨਸ ਤੇ ਕੀ ਘਟਾਣਾ ਹੈ, ਬ੍ਰੈਕਟ ਪਾ ਕੇ ਏਰੀਆ ਆਫ ਦਾ ਡੋਰ ਜਮਾ ਏਰੀਆ ਆਫ ਦਾ ਵਿੰਡੋ। ਹੁਣ ਵਿੰਡੋ ਵੀ ਘਟਾਣੀ ਹੈ ਤੇ ਡੋਰ ਵੀ ਘਟਾਣਾ ਹੈ। ਸੋ ਏਰੀਆ ਆਫ ਦਾ ਵਾਲ ਇਨਕਲੂਡਿੰਗ ਦਾ ਡੋਰ ਐਂਡ ਵਿੰਡੋ ਸੀਗਾ 30.42 ਜਿਹੜਾ ਅਸੀਂ ਪਹਿਲਾਂ ਕੱਢਿਆ, ਮਾਈਨਸ ਬ੍ਰੈਕਟ ਪਾ ਕੇ ਦਰਵਾਜ਼ੇ ਦਾ ਏਰੀਆ 6 ਤੇ ਵਿੰਡੋ ਦਾ ਹੈਗਾ 3.75, ਸੋ 6 ਜਮਾ 3 9, 9.75 ਹੋ ਗਿਆ। 30.42 ਮਾਈਨਸ 9.75 ਇਜ਼ ਇਕੁਅਲ ਟੂ 20.67 ਮੀਟਰ ਸਕੁਅਰ। ਇਹ ਆ ਗਈ ਕੰਧ ਦਾ ਏਰੀਆ ਜਿਹਨੂੰ ਰੰਗ ਕਰਨਾ ਹੈ। ਸੋ ਰੇਟ ਆਫ ਪੇਂਟਿੰਗ ਦੀ ਵਾਲ ਇਜ਼ ਇਕੁਅਲ ਟੂ ₹25 ਪਰ ਮੀਟਰ ਸਕੁਅਰ, ਇਹ ਦਿੱਤਾ ਹੋਇਆ। Therefore, cost of painting the wall is equal to 20.67 into 25। ਇਹਨੂੰ ਦੋਨਾਂ ਨੂੰ ਜਿਹੜੇ ਗੁਣਾ ਕਰਾਂਗੇ ਤੇ ਸਾਡੇ ਕੋਲ ਆ ਗਿਆ ₹516.75, ਅਰਥਾਤ ₹516.75 ਪੈਸਾ। 516 ਰੁਪਏ 75 ਪੈਸੇ ਆਏਗਾ ਕੰਧ ਨੂੰ ਰੰਗ ਕਰਨ ਦਾ ਖਰਚਾ, ਜਦੋਂ ਅਸੀਂ ਉਹਦੇ ਵਿੱਚੋਂ ਦਰਵਾਜ਼ੇ ਦਾ ਖੇਤਰਫਲ ਤੇ ਜਿਹੜੀ ਤਾਕੀ ਹੈ ਉਹਦਾ ਖੇਤਰਫਲ ਕੱਢ ਦੇਵਾਂਗੇ, ਜੋ ਅਸੀਂ ਇੱਥੇ ਕੀਤਾ ਹੈ। ਸੋ ਬੱਚੋ ਬੜਾ ਹੀ ਪ੍ਰੈਕਟੀਕਲ, ਰੋਚਕ
ਘਰਾਂ 'ਚ ਵਰਤੇ ਜਾਣ ਵਾਲੀ ਹੈ ਗਣਿਤ ਦੀ ਸਮੱਸਿਆ ਹੈਗੀ ਹੈ, ਸਾਨੂੰ ਇਹਦੀ ਨੌਲੇਜ ਹੋਣੀ ਚਾਹੀਦੀ ਹੈ, ਸਾਨੂੰ ਇਹਦਾ ਗਿਆਨ ਹੋਣਾ ਚਾਹੀਦਾ ਹੈ। ਅਸੀਂ ਸਾਰੇ ਘਰਾਂ ਵਿੱਚ ਆਪਣੀ ਸਫੇਦੀਆਂ ਕਰਾਉਂਦੇ ਹੀ ਹੈਗੇ ਹਾਂ। ਸੋ ਕਈ ਵਾਰ ਜਿਹੜੇ ਅਸੀਂ ਪੁੱਛਦੇ ਹਾਂ ਠੇਕੇਦਾਰ ਕੋਲ, ਹਾਂਜੀ ਕੀ ਰੇਟ ਇਹਦਾ ਕਿੰਨਾ ਲੱਗੇਗਾ, ਤੇ ਉਹਨੂੰ ਪੁੱਛਦੇ ਤੂੰ ਤੇਰਾ ਕੀ ਹਿਸਾਬ ਕੀਤਾ ਵੀ ਸਾਨੂੰ ਦੱਸ ਪ੍ਰਤੀ ਸਕੁਆਇਰ ਮੀਟਰ ਤੂੰ ਕਿੰਨਾ ਲੈਣਾ, ਤੇ ਫਿਰ ਅਸੀਂ ਚੈੱਕ ਵੀ ਕਰ ਸਕਦੇ ਹਾਂ ਕਿ ਉਹ ਸਾਡੇ ਕੋਲ ਠੀਕ ਪੈਸੇ ਲੈ ਰਿਹਾ ਜਾਂ ਨਹੀਂ ਲੈ ਰਿਹਾ, ਤੇ ਸਾਨੂੰ ਵੀ ਹਿਸਾਬ ਕਿਤਾਬ ਜਿਹੜਾ ਹੈ ਇਹ ਬੜਾ ਆਉਣਾ ਚਾਹੀਦਾ ਹੈ। ਸੋ ਐਸੀ ਪਿਆਰੇ ਵਿਦਿਆਰਥੀਓ, ਤੁਹਾਡੇ 3 ਸਵਾਲ, 2 ਸਵਾਲ ਇਸੀ ਐਕਸਰਸਾਈਜ਼ ਦੇ ਹੋਰ ਬੱਚੇ ਨੇ, ਉਹ ਅਗਲੇ ਵੀਡੀਓ ਵਿੱਚ ਕਰਾਂਗੇ। ਤੁਸੀਂ ਇਸੇ ਤਰ੍ਹਾਂ ਨੇਮ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ, ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।